ਕਿਸ਼ਤ ਛੇਵੀਂ। 1 ਜੂਨ ਤੋਂ ਸ਼ੁਰੂ ਹੋਣ ਵਾਲੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਹਿਸਾਬ ਨਾਲ ਮੈਂ 28 ਮਈ ਨੂੰ ਰਾਜ ਮਿਸਤਰੀ ਕੰਮ 'ਤੇ ਲਗਾ ਦਿੱਤੇ। ਉਹਨਾਂ ਨੇ ਮਕਾਨ ਦੀ ਟੁੱਟ ਭੱਜ ਦਾ ਅੰਦਰੋਂ ਬਾਹਰੋਂ ਟੀਪ ਟਪੱਲਾ ਕਰ ਦਿੱਤਾ ਸੀ। ਹੁਣ ਸਾਡੀ ਸਲਾਹ ਹੋਈ ਕਿ ਮਕਾਨ ਦੇ ਨਾਲ ਲੱਗਵੀਂ ਬਾਹਰ ਪਈ ਸਾਡੀ ਜਗ੍ਹਾ, ਜਿੱਥੇ ਕਿ ਦਰਖਤ ਅਤੇ ਸਬਜ਼ੀਆਂ ਬੀਜੀਆਂ ਹੋਈਆਂ ਸਨ, ਨੂੰ ਵੀ ਕੰਧ ਕਰਕੇ ਨਾਲ ਲਾ ਲਿਆ ਜਾਵੇ। ਇਸ ਤਰ੍ਹਾਂ ਹੋਣ ਨਾਲ ਗਲੀ ਵਿੱਚ ਮੀਂਹ ਦਾ ਪਾਣੀ ਭਰ ਕੇ ਨੀਂਹ ਵਿੱਚ ਜਾਣ ਦਾ ਰੇੜਕਾ ਮੁੱਕ ਜਾਣਾ ਸੀ ਅਤੇ ਮਕਾਨ ਦੀ ਮਿਆਦ ਵਿੱਚ ਵਾਧਾ ਹੋ ਜਾਣ ਦੇ ਨਾਲ ਨਾਲ ਇਸ ਨੇ ਸੁਰੱਖਿਅਤ ਵੀ ਹੋ ਜਾਣਾ ਸੀ। ਮੈਂ ਮਿਸਤਰੀ ਨੂੰ ਹੱਸਣ ਲੱਗ ਪਿਆ। ਵੇਖ ਲੈ ਸਰਜੀਤ ਸਿਆਂ, ਮਿਸਤਰੀ ਘਰੇ ਵਾੜਨੇ ਤਾਂ ਸੌਖੇ ਹੁੰਦੇ ਆ, ਪਰ ਕੱਢਣੇ ਬੜੇ ਔਖੇ ਆ। ਤੂੰ ਆ ਕੰਧ ਵਾਲਾ ਜੋੜ ਵੀ ਵੱਢ ਹੀ ਦੇ, ਨਾਲ ਲੱਗਵਾਂ। ਮਿਸਤਰੀ ਨੇ ਹਾਸੇ ਹਾਸੇ ਵਿੱਚ ਆਪਣਾ ਤਜਰਬਾ ਦੱਸਿਆ। ਮਾਸਟਰ ਜੀ, ਇੱਕ ਘਰੇ ਮਿਸਤਰੀ ਖੁਰਲੀ ਬਣਾਉਣ ਗਿਆ ਸੀ। ਕੰਮ ਵੱਧਦਾ ਹੀ ਗਿਆ ਅਤੇ ਉਹ 3 ਕਮਰੇ ਪਾ ਕੇ ਹਟਿਆ। ਘਰ ਵਾਲਿਆਂ ਨੇ ਅੱਕ ਕੇ ਉਸ ਨੂੰ ਹਟਾ ਦਿੱਤਾ ਅਤੇ 2 ਰੋਸ਼ਨਦਾਨਾਂ ਦੀਆਂ ਤਾਰਾਂ ਲੱਗਣ ਵਾਲੀਆਂ ਰਹਿ ਗਈਆਂ, ਜਿਹੜੀਆਂ ਕਿ ਕਦੇ ਵੀ ਨਹੀਂ ਲੱਗੀਆਂ। ਹੁਣ ਤੁਸੀਂ ਵੀ ਕੰਮ ਕਰਵਾ ਹੀ ਲਓ ਜਿਹੜਾ ਕਰਵਾਉਣਾ। ਅਗਲੇ ਦਿਨ ਮੈਂ ਇੱਟਾਂ ਭੇਜਣ ਲਈ ਭੱਠੇ ਵਾਲੇ ਨੂੰ ਕਹਿ ਦਿੱਤਾ ਅਤੇ ਮਜ਼ਦੂਰਾਂ ਨੇ ਨੀਂਹ ਕੱਢਣੀ ਸ਼ੁਰੂ ਕਰ ਦਿੱਤੀ। ਅਜੇ ਨੀਂਹ ਅੱਧਾ ਪੌਣਾ ਫੁੱਟ ਹੀ ਪੁੱਟੀ ਹੋਵੇਗੀ ਕਿ ਗੁਆਂਢੀਆਂ ਦਾ ਮੁੰਡਾ ਆ ਗਿਆ। ਇਹ ਮੁੰਡਾ ਮੇਰਾ ਹਾਣੀ ਹੀ ਸੀ ਅਤੇ ਸਾਡੇ ਸ਼ਹਿਰ ਆਉਣ ਵੇਲੇ ਤੋਂ ਮੇਰਾ ਜਾਣੂ ਰਿਹਾ ਸੀ। ਸਾਡੀ ਸੁੱਖ ਦੁੱਖ ਦੀ ਥੋੜ੍ਹੀ ਬਹੁਤੀ ਸਾਂਝ ਵੀ ਸੀ। ਉਹ ਆਉਂਦਾ ਹੀ ਰੁੱਖੀ ਜਿਹੀ ਆਵਾਜ਼ ਵਿੱਚ ਬੋਲਿਆ, ਮਾਸਟਰ, ਆਹ ਕੀ ਕਰੀ ਜਾਂਦੇ ਹੋ? ਯਾਰ, ਇੱਧਰ ਮੀਂਹ ਦਾ ਪਾਣੀ ਇਕੱਠਾ ਹੋ ਕੇ ਨੀਂਹ ਵਿੱਚ ਵੜਦਾ ਸੀ। ਅਸੀਂ ਸੋਚਿਆ ਕਿ ਹੁਣ ਘਰ ਦੀ ਸਬਜ਼ੀ ਭਾਜੀ ਦਾ ਮੋਹ ਤਿਆਗ ਦਈਏ ਅਤੇ ਕੰਧ ਕਰਕੇ ਸਾਰੀ ਥਾਂ ਉੱਤੇ ਫਰਸ਼ ਲਾ ਦਈਏ। ਮੈਂ ਸਧਾਰਨ ਜਿਹਾ ਉੱਤਰ ਦਿੱਤਾ ਸੀ, ਇਹ ਕੰਧ ਨਹੀਂ ਹੋ ਸਕਦੀ, ਇਹ ਤਾਂ ਗਲੀ ਦੀ ਜਗ੍ਹਾ ਹੈ। ਉਹ ਗੁੱਸੇ ਨਾਲ ਬੋਲਿਆ। ਮੈਂ ਕੁਝ ਸਖਤੇ ਵਿੱਚ ਆ ਗਿਆ ਸਾਂ ਅਤੇ ਆਖਿਆ, ਉਹ ਨਹੀਂ ਭਰਾਵਾ, ਇਹ ਤਾਂ ਸਾਡੀ ਜਗ੍ਹਾ ਹੈ। ਮਾਲਕ ਸਾਨੂੰ ਰਜਿਸਟਰੀ ਕਰਵਾ ਕੇ ਗਏ ਆ। ਨਹੀਂ, ਇਹ ਨਹੀਂ ਹੋ ਸਕਦਾ। ਕੰਮ ਰੋਕੋ, ਪਹਿਲਾਂ ਗੱਲ ਕਰਨੀ ਹੈ। ਆਖਦਾ ਹੋਇਆ ਉਹ ਆਪਣੇ ਘਰ ਵੱਲ ਨੂੰ ਤੁਰ ਗਿਆ। 2 ਮਿੰਟ ਬਾਅਦ ਉਹ ਆਪਣੀ ਮਾਂ ਅਤੇ ਪਿਓ ਨੂੰ ਨਾਲ ਲੈ ਕੇ ਮੁੜ ਆਇਆ ਅਤੇ ਉਹ ਵੀ ਆਉਂਦੇ ਸਾਰ ਮੇਰੇ ਗਲ ਪੈ ਗਏ। ਮਜ਼ਦੂਰ ਵੀ ਕੁਝ ਸਹਿਮ ਗਏ ਸਨ। ਉਹਨਾਂ ਨੇ ਆਪਣਾ ਕੰਮ ਤਾਂ ਜਾਰੀ ਰੱਖਿਆ, ਪਰ ਰਫਤਾਰ ਘਟਾ ਦਿੱਤੀ ਸੀ। ਉਹਨਾਂ ਦਾ ਸਾਰਾ ਧਿਆਨ ਸਾਡੀ ਹੋ ਰਹੀ ਜਿੱਦ ਜਦਾਈ ਵੱਲ ਹੋ ਗਿਆ ਸੀ। ਅੰਤ ਮੈਂ ਆਪਣੇ ਪਿਤਾ ਜੀ ਨੂੰ ਫੋਨ ਕੀਤਾ ਕਿ ਇੱਥੇ ਰੌਲਾ ਪੈ ਗਿਆ ਹੈ, ਉਹ ਮਕਾਨ ਦੀ ਰਜਿਸਟਰੀ ਲੈ ਕੇ ਜਲਦੀ ਤੋਂ ਜਲਦੀ ਆਉਣ। ਕਿਸ਼ਤ 7ਵੀਂ। ਰੌਲੇ ਦਾ ਨਾਂ ਸੁਣ ਕੇ ਤਾਂ ਜਿਵੇਂ ਉਹਨਾਂ ਦੇ ਸਿਰ 'ਤੇ ਅਸਮਾਨ ਹੀ ਟੁੱਟ ਪਿਆ ਹੋਵੇ। ਉਹ ਝੱਟ ਦੇਣੇ ਰਜਿਸਟਰੀ ਦੀ ਕਾਪੀ ਲੈ ਕੇ ਆ ਗਏ। ਇੱਧਰ ਰੌਲਾ ਰੱਪਾ ਸੁਣ ਕੇ ਆਂਢੀ ਗੁਆਂਢੀ ਅਤੇ ਕੁਝ ਤਮਾਸ਼ਬੀਨ ਵੀ ਇਕੱਠੇ ਹੋਣੇ ਸ਼ੁਰੂ ਹੋ ਗਏ ਸਨ। ਵਾਹਵਾ ਸਾਰਾ ਇਕੱਠ ਹੋ ਗਿਆ ਸੀ। ਜਦ ਰਜਿਸਟਰੀ ਦੀ ਲਿਖਤੀ ਮਿਣਤੀ ਅਨੁਸਾਰ ਦੋਵਾਂ ਪਿਓ ਪੁੱਤਾਂ ਨੇ ਆਪਣੇ ਹੱਥਾਂ ਨਾਲ ਫੀਤਾ ਫੜ ਕੇ ਮਿਣਤੀ ਕੀਤੀ ਤਾਂ ਇਹ ਬਿਲਕੁਲ ਸਹੀ ਨਿਕਲੀ। ਉੱਥੇ ਖੜੋਤੇ ਹੋਏ ਲੋਕ ਵੀ ਉਸ ਫੀਤੇ ਨੂੰ ਗੌਰ ਨਾਲ ਤੱਕ ਰਹੇ ਸਨ। ਇੰਨੇ ਵਿੱਚ ਇੱਕ ਲੰਬਾ ਉੱਚਾ ਨੌਜਵਾਨ ਸਿਰ ਉੱਤੇ ਪਰਨਾ ਬੰਨ੍ਹੀ ਮੁੱਛਾਂ ਚਾੜ੍ਹਦਾ ਹੋਇਆ ਮੌਕੇ 'ਤੇ ਆ ਗਿਆ ਅਤੇ ਰੌਲੇ ਦਾ ਕਾਰਨ ਪੁੱਛਣ ਲੱਗ ਪਿਆ। ਮੈਂ ਤਾਂ ਉਸ ਨੂੰ ਕਦੇ ਵੀ ਵੇਖਿਆ ਨਹੀਂ ਸੀ, ਪਰ ਉਸ ਦੇ ਆਉਣ ਨਾਲ ਪੈਂਦਾ ਰੌਲਾ ਕੁਝ ਸ਼ਾਂਤ ਹੋ ਗਿਆ। ਉਹ ਤਿੰਨੇ ਜਣੇ ਇਸ ਬਿਨ ਬੁਲਾਏ ਅਤੇ ਆਪੂ ਬਣੇ ਸਰਪੰਚ ਨੂੰ ਆਪਣਾ ਪੱਖ ਦੱਸਣ ਲੱਗ ਪਏ। ਗੱਲਾਂ ਗੱਲਾਂ ਵਿੱਚ ਉਸ ਨੇ ਮੈਨੂੰ ਦੱਸ ਦਿੱਤਾ ਕਿ ਉਹ ਪੁਲਿਸ ਵਿਭਾਗ ਵਿੱਚ ਹੌਲਦਾਰ ਹੈ ਅਤੇ ਹੁਣ ਤਾਇਨਾਤ ਵੀ SSP ਦਫ਼ਤਰ ਵਿੱਚ ਹੈ। ਜਦ ਮੈਂ ਉਸ ਨੂੰ ਆਪਣਾ ਸਰਕਾਰੀ ਮੁਲਾਜ਼ਮ ਹੋਣ ਬਾਰੇ ਦੱਸਿਆ ਤਾਂ ਆਖਣ ਲੱਗਾ, ਮੈਂ ਜਾਣਦਾ ਤੈਨੂੰ ਚੰਗੀ ਤਰ੍ਹਾਂ। ਉਹ ਵੇਖ, ਆਹ ਤਾਂ ਸਾਡਾ ਮਕਾਨ ਹੈ। ਮੈਨੂੰ ਮਹਿਸੂਸ ਹੋਇਆ ਕਿ ਇਹ ਬੰਦਾ ਹੰਢਿਆ ਵਰਤਿਆ ਲੱਗਦਾ ਹੈ। ਇਸ ਲਈ ਇਹ ਸਾਰੇ ਕਾਗਜ਼ ਪੱਤਰ ਵੇਖ ਕੇ ਦੁੱਧ ਦਾ ਦੁੱਧ
ਤੇ ਪਾਣੀ ਦਾ ਪਾਣੀ ਕਰ ਦੇਵੇਗਾ। ਉਸ ਨੇ ਮਿਸਤਰੀ ਤੋਂ ਫੀਤਾ ਫੜਿਆ ਤੇ ਫਿਰ ਮਿੰਨਤੀ ਕਰਨ ਲੱਗ ਪਿਆ। ਜਦ ਸਾਰੀ ਮਿੰਨਤੀ ਇਸ ਵਾਰ ਵੀ ਸਹੀ ਨਿਕਲੀ ਤਾਂ ਆਖਣ ਲੱਗਾ, ਇਹੋ ਜਿਹੀਆਂ ਰਜਿਸਟਰੀਆਂ ਤਾਂ ਜਿੰਨੀਆਂ ਮਰਜ਼ੀ ਕਰਵਾ ਲਓ, ਇਹ ਤਾਂ ਜਾਲੀ ਰਜਿਸਟਰੀ ਹੈ। ਵੀਰੇ, ਇਹਦਾ ਤਾਂ ਇੰਤਕਾਲ ਵੀ ਹੋਇਆ ਹੈ। ਮੈਂ ਆਪਣੇ ਵੱਲੋਂ ਸਫਾਈ ਦਿੱਤੀ। ਤੈਨੂੰ ਦੱਸਿਆ ਨਾ, ਇਹੋ ਜਿਹੇ ਕਾਗਜ਼ ਤਾਂ ਮੈਂ ਆਹ ਮਲਕਾ ਚੌਂਕ ਦੇ ਬਣਵਾ ਦਿੰਦਾ। ਚੱਲ ਮੇਰੇ ਨਾਲ, ਤੂੰ ਆਹ ਕਾਗਜ਼ ਬਣਵਾ ਲਏ ਤਾਂ ਕੀ ਅਸੀਂ ਤੈਨੂੰ ਗਲੀ 'ਤੇ ਕਬਜ਼ਾ ਕਰਨ ਦੇ ਦੇਈਏ? ਉਹ ਰੋਹਬ ਨਾਲ ਪੁਲਸੀਆ ਅੰਦਾਜ਼ ਵਿੱਚ ਬੋਲਿਆ। ਬਾਈ ਜੀ, ਆਹ ਵੇਖੋ, ਗਲੀ 20 ਫੁੱਟ ਲਿਖੀ ਹੈ ਰਜਿਸਟਰੀ ਵਿੱਚ ਤੇ ਉਹ ਸਪਸ਼ਟ ਬਚੀ ਵੀ ਜਾਂਦੀ ਹੈ। ਮੇਰੇ ਪਿਤਾ ਜੀ ਨੇ ਆਪਣੇ ਤੋਂ ਲਗਭਗ ਅੱਧੀ ਉਮਰ ਦੇ ਬੰਦੇ ਨੂੰ ਜੀ ਆਖਦਿਆਂ ਕਿਹਾ। ਤੁਹਾਨੂੰ ਦੱਸਿਆ ਤਾਂ ਹੈ ਕਿ ਇਹੋ ਜਿਹੇ ਕਾਗਜ਼ ਤਾਂ ਬਥੇਰੇ ਰੁਲਦੇ ਫਿਰਦੇ ਆ ਥਾਣਿਆਂ ਵਿੱਚ। ਇਹ ਸਾਰਾ ਕੁਝ ਨਕਲੀ ਹੈ। ਤੁਸੀਂ ਆਪਣਾ ਕੰਮ ਰੋਕੋ। ਉਹ ਇੰਨੀ ਉੱਚੀ ਬੋਲਿਆ ਕਿ ਲਗਭਗ ਸਾਰੇ ਮੁਹੱਲੇ ਨੂੰ ਹੀ ਸੁਣ ਗਿਆ ਹੋਵੇਗਾ। ਹੁਣ ਭੀੜ ਪਹਿਲਾਂ ਨਾਲੋਂ ਵੀ ਵੱਧ ਚੁੱਕੀ ਸੀ। ਮੇਰਾ ਉਹ ਜਾਣੂ ਤੇ ਉਸ ਦਾ ਪਿਓ ਉਸ ਪੁਲਸੀਏ ਦੀ ਸ਼ਹਿ 'ਤੇ ਹੋਰ ਵੀ ਜ਼ਿਆਦਾ ਹੌਸਲੇ ਵਿੱਚ ਹੋ ਗਏ ਸਨ। ਉਹ ਸਿਰਫ ਇਹ ਹੀ ਬੋਲੀ ਜਾ ਰਹੇ ਸਨ, ਅਸੀਂ ਨਹੀਂ ਗਲੀ ਉੱਤੇ ਕਬਜ਼ਾ ਹੋਣ ਦੇਣਾ, ਅਸੀਂ ਨਹੀਂ ਕਿਸੇ ਨੂੰ ਗਲੀ ਵੜਨ ਦੇਣੀ। ਕਿਸ਼ਤ 8ਵੀਂ। ਇੰਨੇ ਨੂੰ ਮੇਰੇ ਜਾਣੂ ਦੀ ਮਾਂ ਬੜੀ ਹੀ ਮੋਮੋ ਠੱਗਣੀ ਜਿਹੀ ਬਣ ਕੇ ਆਖਣ ਲੱਗੀ, ਪੁੱਤ, ਇਸ ਥਾਂ ਨੂੰ ਵੇਖ, ਸਾਰੇ ਮੁਹੱਲੇ ਵਾਲੇ ਕਿਵੇਂ ਵਰਤਦੇ ਆ। ਕਿਸੇ ਨੇ ਕੋਈ ਵਿਆਹ ਸ਼ਾਦੀ ਕਰਨਾ ਹੋਵੇਗੀ ਤਾਂ ਅਗਲਾ ਟੈਂਟ ਲਾ ਲਊਗਾ। ਤੂੰ ਜਿੱਦ ਨਾ ਕਰ ਮੇਰਾ ਪੁੱਤ। ਆਂਟੀ, ਟੈਂਟ ਮੇਰੇ ਥਾਂ 'ਤੇ ਹੀ ਲਾਉਣਾ ਹੈ? ਤੁਹਾਨੂੰ ਹੋਰ ਕੋਈ ਥਾਂ ਨਹੀਂ ਲੱਭਦੀ? ਉੱਥੇ ਲਾ ਲਵੋ ਤੁਸੀਂ। ਹੋਰ ਥਾਵਾਂ 'ਤੇ ਕਿਤੇ ਟੈਂਟ ਨਹੀਂ ਲੱਗਦਾ। ਇਹੀ ਜਗ੍ਹਾ ਲੱਭੀ ਹੈ ਟੈਂਟ ਲਾਉਣ ਨੂੰ? ਮੈਂ ਹਰਖ ਨਾਲ ਆਖਿਆ। ਜਾ, ਅਸੀਂ ਨਹੀਂ ਵੜਨ ਦੇਣੀ ਤੈਨੂੰ ਇਹ ਜਗ੍ਹਾ। ਤੂੰ ਭਾਵੇਂ ਪਿੱਠ ਤੱਕ ਜ਼ੋਰ ਲਾ ਲੈ। ਉਹ ਇੰਨਾ ਜ਼ਿਆਦਾ ਭੜਕ ਕੇ ਬੋਲੀ ਕਿ ਮੈਂ ਸੋਚ ਵੀ ਨਹੀਂ ਸਕਦਾ ਕਿ ਮੇਰੀ ਮਾਂ ਦੀ ਉਮਰ ਦੀ ਕੋਈ ਔਰਤ ਇਸ ਤਰ੍ਹਾਂ ਦੀ ਭਾਸ਼ਾ ਵੀ ਵਰਤ ਸਕਦੀ ਹੈ। ਉਸ ਦਾ ਸਕਾ ਪੁੱਤ ਤੇ ਘਰ ਵਾਲਾ ਉਸ ਦੇ ਸਾਹਮਣੇ ਖੜ੍ਹੇ ਹੋਣ ਦੇ ਬਾਵਜੂਦ ਉਹ ਗੁੰਡਿਆਂ ਵਾਲੀ ਭੱਦੀ ਸ਼ਬਦਾਵਲੀ ਬੇਝਿਜਕ ਹੋ ਕੇ ਬੋਲਣ ਲੱਗ ਪਈ ਸੀ। ਉਸ ਦੁਆਰਾ ਲੱਕ ਉੱਤੇ ਹੱਥ ਰੱਖ ਕੇ ਰੋਹਬ ਨਾਲ ਬੋਲਣ ਕਾਰਨ ਇੱਕ ਵਾਰ ਤਾਂ ਮੈਂ ਠਠੰਬਰ ਗਿਆ ਸਾਂ। ਮੇਰੇ ਜਾਣੂ ਦੇ ਪਿਓ ਨੇ ਇੱਕ ਹੋਰ ਹੀ ਸ਼ੁਰਲੀ ਛੱਡ ਦਿੱਤੀ। ਇਹ ਜਗ੍ਹਾ ਤਾਂ ਅਸੀਂ ਪੁਰਾਣੇ ਮਾਲਕਾਂ ਤੋਂ ਛੁਡਵਾਈ ਸੀ। ਪੁਰਾਣਾ ਮਾਲਕ ਤਾਂ ਆਹ ਵੇਖ ਰਜਿਸਟਰੀ ਕਰਵਾ ਕੇ ਗਿਆ ਹੈ। ਆਹ ਵੇਖ, ਉਹ ਬੈਠਾ ਹੈ, ਨਾਲੇ ਸਾਰੀ ਗਿਣਤੀ ਮਿਣਤੀ ਵੀ ਲਿਖੀ ਹੋਈ ਹੈ। ਜੇ ਉਹਨੇ ਗਲੀ ਦੀ ਲਈ ਥਾਂ ਛੱਡੀ ਸੀ ਤਾਂ ਉਹ ਰਜਿਸਟਰੀ ਵਿੱਚ ਕਿਉਂ ਲਿਖਵਾ ਕੇ ਗਿਆ? ਮੈਂ ਪੁਰਾਣੀ ਰਜਿਸਟਰੀ ਦੀ ਫੋਟੋ ਕਾਪੀ ਉਸ ਵਿੱਚ ਉਸ ਦੀ ਡਾਕਟਰ ਦੀ ਫੋਟੋ ਵਿਖਾਉਂਦਿਆਂ ਸਵਾਲ ਕੀਤਾ। ਜਿਵੇਂ ਕਿ ਆਪਣੀ ਗਲੀ ਵਿੱਚ ਕੁੱਤਾ ਵੀ ਸ਼ੇਰ ਹੁੰਦਾ ਹੈ, ਉਵੇਂ ਹੀ ਉਹ ਆਪਣੀ ਗਿਣਤੀ ਵਿੱਚ ਜ਼ਿਆਦਾ ਹੋਣ ਕਾਰਨ ਬੇਥਵਾ ਬੋਲੀ ਜਾਣ ਕਰਕੇ ਸਾਡੇ ਉੱਤੇ ਹਾਵੀ ਹੋ ਗਏ ਸਨ ਤੇ ਇਸ ਅਣਸੱਦੀ ਪੰਚਾਇਤ ਵਿੱਚ ਸਾਨੂੰ ਝੂਠਾ ਕਰੀ ਜਾ ਰਹੇ ਸਨ। ਉਹਨਾਂ ਨੂੰ ਲੱਗ ਰਿਹਾ ਸੀ ਕਿ ਇਹ ਇਸ ਗਲੀ ਵਿੱਚ ਨਵੇਂ ਆਏ ਹਨ ਤੇ ਇਹਨਾਂ ਨਾਲ ਕਿਸੇ ਨੇ ਵੀ ਖੜਨਾ ਨਹੀਂ ਹੈ। ਇਸ ਲਈ ਸੱਚ ਨੂੰ ਜਾਣਦੇ ਹੋਣ ਦੇ ਬਾਵਜੂਦ ਉਹ ਘੋਗਲ ਕੰਨੇ ਬਣ ਗਏ ਸਨ। ਥਾਂ ਤਾਂ ਇਹਨਾਂ ਦੀ ਹੀ ਹੈ ਤੇ ਇਹਨਾਂ ਦੀ ਹੀ ਰਹਿਣੀ ਹੈ ਵਾਲੀਆਂ ਆਵਾਜ਼ਾਂ ਹੁਣ ਘਟ ਗਈਆਂ ਸਨ ਅਤੇ ਪੁਲਿਸ ਵਾਲੇ ਤੇ ਮੇਰੇ ਉਸ ਜਾਣੂ ਦੀਆਂ ਤਲਖ ਆਵਾਜ਼ਾਂ ਕੁਝ ਜ਼ਿਆਦਾ ਹੀ ਗੂੰਜਣ ਲੱਗ ਪਈਆਂ ਸਨ। ਸ਼ਾਇਦ ਕੁਝ ਕੁ ਸੱਚਾਈ ਨਾਲ ਖੜ੍ਹੇ ਹੋਏ ਬੰਦੇ ਵੀ ਡਰ ਗਏ ਸਨ। ਇਸ ਲਈ ਉਹਨਾਂ ਨੇ ਥਾਂ ਤਾਂ ਇਹਨਾਂ ਦੀ ਹੀ ਹੈ ਵਾਲੀ ਗੱਲ ਕਹਿਣੀ ਬੰਦ ਕਰ ਦਿੱਤੀ ਸੀ। ਮੈਨੂੰ ਅਜੇ ਤੱਕ ਵੀ ਸਮਝ ਨਹੀਂ ਲੱਗ ਰਹੀ ਕਿ ਅੱਤਵਾਦ ਦੇ ਕਾਲੇ ਦੌਰ ਵਿੱਚ ਇਕੱਲੇ ਹੀ ਕਈ ਹਥਿਆਰਬੰਦ ਅੱਤਵਾਦੀਆਂ ਦਾ ਮੁਕਾਬਲਾ ਕਰਨ ਵਾਲੇ ਮੇਰੇ ਪਿਤਾ ਜੀ ਨੇ ਪਤਾ ਨਹੀਂ ਮੈਨੂੰ ਕਿਵੇਂ ਇਹ ਹੁਕਮ ਚਾੜ ਦਿੱਤਾ ਸੀ, ਪੁੱਤ, ਬੰਦ ਕਰਵਾ ਦੇ ਨਿਉ, ਆਪਾਂ ਲੜਾਈ ਨਹੀਂ ਲੜਨੀ। ਜੇ ਮੁਹੱਲੇ ਵਾਲੇ ਕਹਿੰਦੇ ਆ ਤਾਂ ਆਪਾਂ ਇਹ ਜਗ੍ਹਾ ਗਲੀ ਨੂੰ ਛੱਡ ਦਿੱਤੀ। ਆਪਾਂ ਲੜਾਈ ਨਹੀਂ ਕਰਨੀ, ਆਪਾਂ ਇਹਨਾਂ ਵਿੱਚ ਹੀ ਰਹਿਣਾ ਹੈ। ਬਸ ਕੰਮ ਬੰਦ ਕਰਵਾ ਦੇ। ਕਿਸ਼ਤ 9ਵੀਂ। ਮੈਨੂੰ ਦੁਚਿੱਤੀ ਵਿੱਚ ਪਏ ਹੋਏ ਨੂੰ ਵੇਖ ਕੇ ਉਹਨਾਂ ਨੇ
ਆਪਣਾ ਹੁਕਮ ਇੱਕ ਵਾਰ ਫਿਰ ਦੁਹਰਾ ਦਿੱਤਾ। ਮਿਸਤਰੀ, ਨਿਉ ਬੰਦ ਕਰਵਾ ਦੇ, ਥਾਂ ਨੂੰ ਪੱਧਰ ਕਰ ਦੇ। ਪਿਤਾ ਜੀ ਵੱਲੋਂ ਇਹ ਹੁਕਮ ਇਸ ਤਰ੍ਹਾਂ ਦੇ ਅੰਦਾਜ਼ ਵਿੱਚ ਕੀਤਾ ਗਿਆ ਸੀ ਕਿ ਮਜ਼ਦੂਰ ਤਾਂ ਕੀ, ਮੈਂ ਵੀ ਇਸ ਹੁਕਮੇ ਫੈਸਲੇ ਦਾ ਵਿਰੋਧ ਨਾ ਕਰ ਸਕਿਆ। ਮਜ਼ਦੂਰ ਤਾਂ ਜਿਵੇਂ ਤਿਆਰ ਹੀ ਖੜ੍ਹੇ ਸਨ। ਮੇਰੇ ਕੁਝ ਸੋਚਣ ਜਾਂ ਆਖਣ ਤੋਂ ਪਹਿਲਾਂ ਹੀ ਉਹਨਾਂ ਨੇ ਕਹੀਆਂ ਲੈ ਕੇ ਪੁੱਟੀ ਹੋਈ ਨੀਂਹ ਨੂੰ ਮਿੱਟੀ ਨਾਲ ਭਰਨਾ ਸ਼ੁਰੂ ਕਰ ਦਿੱਤਾ। ਆਪਣੇ ਲਈ ਕੁਝ ਹਫ਼ਤਿਆਂ ਤੱਕ ਗੱਲਾਂ ਤੇ ਚਸਕਿਆਂ ਦਾ ਮਸਾਲਾ ਲੈ ਕੇ ਤਮਾਸ਼ਬੀਨ ਤਾਂ ਆਪੋ ਆਪਣੇ ਰਾਹ ਪੈ ਗਏ ਸਨ, ਪਰ ਉਹ ਪੁਲਸੀਆ, ਮੇਰਾ ਜਾਣੂ ਤੇ ਉਸਦੇ ਮਾਂ-ਪਿਓ ਇਸ ਤਰ੍ਹਾਂ ਹੰਕਾਰੇ ਹੋਏ ਖੜ੍ਹੇ ਰਹੇ ਕਿ ਜੇ ਕਿਸੇ ਨੇ ਉਹਨਾਂ ਨੂੰ ਹੱਥ ਵੀ ਲਾ ਦਿੱਤਾ ਤਾਂ ਉਹ ਕੋਬਰੇ ਸੱਪ ਤੋਂ ਵੀ ਵੱਧ ਜ਼ਹਿਰ ਨਾਲ ਉਸ ਨੂੰ ਡੰਗ ਹੀ ਨਹੀਂ ਸਗੋਂ ਪਾੜ ਖਿਲਾਰ ਵੀ ਦੇਣਗੇ। ਮੇਰੇ ਦਿਮਾਗ ਵਿੱਚ ਇੱਕ ਚੜ੍ਹ ਰਹੀ ਸੀ ਤੇ ਇੱਕ ਉਤਰ ਰਹੀ ਸੀ, ਪਰ ਪਿਤਾ ਜੀ ਦੇ ਫੈਸਲੇ ਦਾ ਨਾ ਤਾਂ ਮੈਂ ਵਿਰੋਧ ਕਰ ਸਕਦਾ ਸਾਂ ਤੇ ਨਾ ਹੀ ਉਹਨਾਂ ਅੱਗੇ ਬੋਲ ਸਕਦਾ ਸਾਂ। ਮੈਂ ਕੌੜਾ ਘੁੱਟ ਭਰ ਕੇ ਰਹਿ ਗਿਆ ਸਾਂ। ਮੇਰੇ ਮਨ ਵਿੱਚ ਆਪਣੇ ਨਵੇਂ ਬਣੇ ਦੁਸ਼ਮਣਾਂ ਪ੍ਰਤੀ ਦਇਆ ਪਤਾ ਨਹੀਂ ਕਿੱਥੋਂ ਆ ਗਈ ਕਿ ਮੈਂ ਆਪਣੇ ਉਸ ਪੁਰਾਣੇ ਜਾਣੂ ਨੂੰ ਜੱਫੀ ਪਾ ਕੇ ਕਹਿੰਦਿਆਂ ਪੁੱਛਿਆ, ਵੀਰ, ਤੇਰਾ ਮੇਰੀ ਨਿਉ ਭਰਵਾਉਣ ਲਈ ਬਹੁਤ ਧੰਨਵਾਦ। ਤੂੰ ਮਕਾਨ ਵਿੱਚ ਆਈ ਉਹ ਤਰੇੜ ਤਾਂ ਵੇਖ ਹੀ ਰਿਹਾ ਨਾ। ਜੇ ਹੁਕਮ ਹੋਵੇ ਤਾਂ ਕੰਧ ਦੇ ਨਾਲ ਨਾਲ ਢਾਲੂ ਫਰਸ਼ ਤਾਂ ਲਵਾ ਦੇਵਾਂ ਤਾਂ ਕਿ ਪਾਣੀ ਨੀਂਹ ਵਿੱਚ ਨਾ ਵੜ ਸਕੇ। ਜੱਫੀ ਸਿਰਫ ਮੈਂ ਹੀ ਪਾਈ ਸੀ। ਉਹ ਇਸ ਤਰ੍ਹਾਂ ਖੜ੍ਹਾ ਰਿਹਾ ਜਿਵੇਂ ਕਿ ਪੱਥਰ ਦਾ ਬਣਿਆ ਹੋਵੇ। ਕੁਝ ਪਲ ਸੋਚਣ ਤੋਂ ਬਾਅਦ ਹੁਕਮ ਦੇਣ ਵਾਂਗ ਆਖਣ ਲੱਗਾ, ਇਹ ਤਾਂ ਬਣਵਾ ਲਵੋ, ਪਰ ਕੰਧ ਨਹੀਂ ਅਸੀਂ ਕੱਢਣ ਦੇਣੀ। ਐਵੇਂ ਚੌਥੇ ਮਹੱਲੇ 'ਚੋਂ ਆ ਕੇ ਰੋਹਬ ਨਹੀਂ ਜਮਾਉਣ ਦੇਣਾ ਕਿਸੇ ਨੂੰ। ਇੱਥੇ ਤਾਂ ਉਹ ਹੀ ਹੋਵੇਗਾ ਜੋ ਸਾਡੀ ਮਰਜ਼ੀ ਹੋਵੇਗੀ। ਐਵੇਂ ਹੀ ਆ ਜਾਂਦੇ ਆ ਮੂੰਹ ਚੁੱਕ ਕੇ ਤੇ ਮਨ ਮਰਜ਼ੀਆਂ ਕਰਨ ਲੱਗ ਪੈਂਦੇ ਆ ਜਿਵੇਂ ਕੋਈ ਕਾਨੂੰਨ ਹੀ ਨਾ ਹੋਵੇ। ਉਹ ਮੁੰਡਿਆ, ਬੰਦਾ ਬਣ ਕੇ ਰਹੀਂ ਜੇ ਇੱਥੇ ਰਹਿਣਾ ਤਾਂ। ਆਪੂ ਬਣਿਆ ਸਰਪੰਚ ਪੁਲਸੀਆ ਸਾਨੂੰ ਦੋਵਾਂ ਜਣਿਆਂ ਨੂੰ ਸੰਬੋਧਨ ਕਰਕੇ ਅਜੇ ਵੀ ਬੋਲੀ ਜਾ ਰਿਹਾ ਸੀ। ਨੀਂਹ ਤਾਂ ਬੰਦ ਕਰਵਾ ਦਿੱਤੀ ਹੈ, ਹੁਣ ਢਾਲ ਬਣਵਾ ਲਈਏ ਕਿ ਡਿੱਗ ਲੈਣ ਦੀਏ ਇਸ ਮਕਾਨ ਨੂੰ? ਮੈਂ ਉਸ ਪੁਲਸੀਏ ਨੂੰ ਗੁੱਸੇ ਤੇ ਨਿਹੋਰੇ ਨਾਲ ਪੁੱਛਿਆ। ਰੈਂਪ ਤਾਂ ਜੀ ਸਦਕੇ ਬਣਾਓ, ਪਰ ਕੰਧ ਨਹੀਂ ਕੱਢਣ ਦੇਣੀ ਅਸੀਂ। ਉਹ ਇਸ ਹੁਕਮ ਤੇ ਰੋਹਬ ਨਾਲ ਆਖ ਕੇ ਗਿਆ ਕਿ ਮੈਂ ਤਾਂ ਕੀ, ਸਾਰੇ ਮਜ਼ਦੂਰ ਵੀ ਡਰ ਗਏ ਸਨ। ਕਿਸ਼ਤ 10ਵੀਂ। ਘੰਟੇ ਕੁ ਦੇ ਇਸ ਘਟਨਾਕ੍ਰਮ ਨੇ ਮੈਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਸੀ। ਸੱਚਾ ਸੁੱਚਾ ਹੁੰਦਾ ਹੋਇਆ ਵੀ ਮੈਂ ਝੂਠਾ ਪੈ ਗਿਆ ਸਾਂ। ਮਜ਼ਦੂਰੀ ਕਰਨ ਆਈਆਂ ਦੋ ਔਰਤਾਂ ਨੇ ਮੇਰੇ ਮਨ ਦੀ ਹਾਲਤ ਪੜ੍ਹ ਲਈ ਸੀ। ਇੱਕ ਨੇ ਮੈਨੂੰ ਬੜੇ ਹੀ ਪਿਆਰ ਨਾਲ ਆਖਿਆ, ਪੁੱਤ, ਹੈ ਤਾਂ ਮੈਂ ਅਨਪੜ੍ਹ, ਪਰ ਇਹੋ ਜਿਹੇ ਬਥੇਰੇ ਮਸਲੇ ਵੇਖੇ ਨੇ। ਇਹ ਜਗ੍ਹਾ ਤੇਰੀ ਹੀ ਹੈ, ਕੋਈ ਨਾ, ਫਿਕਰ ਨਾ ਕਰ। ਇਹ ਕਿਹੜਾ ਚੁੱਕ ਕੇ ਲੈ ਜਾਣਗੇ ਜਾਂ ਵਲ ਲੈਣਗੇ। ਤੈਨੂੰ ਤਾਂ ਦੁੱਖ ਹੋਵੇ ਜੇ ਤੇਰੀ ਜਗ੍ਹਾ ਵਲਦੇ ਹੋਣ। ਇਹਨਾਂ 'ਚੋਂ ਕਿਹੜਾ ਕਿਸੇ ਦੇ ਨਾਲ ਇਹ ਜਗ੍ਹਾ ਲੱਗਦੀ ਹੈ? ਐਵੇਂ ਹੀ ਭੌਂਕਦੇ ਆ ਕੁੱਤੇ। ਉਹ ਪੁਲਸੀਏ ਦੇ ਸਿਰ 'ਤੇ ਸ਼ੇਰ ਬਣ ਗਏ ਸੀ ਸਾਰੇ। ਥਾਣੇ ਵਿੱਚ ਵੀ ਲੋਕਾਂ ਨੂੰ ਇਹੋ ਜਿਹਾ ਇਨਸਾਫ ਹੀ ਦਿੰਦਾ ਹੋਊਗਾ। ਉਸ ਦੇ ਬੋਲਾਂ ਵਿੱਚ ਇੰਨਾ ਜ਼ਿਆਦਾ ਪਿਆਰ ਤੇ ਅਪਣੱਤ ਸੀ ਕਿ ਮੈਨੂੰ ਇਸ ਤਰ੍ਹਾਂ ਮਹਿਸੂਸ ਹੋਣ ਲੱਗ ਪਿਆ ਕਿ ਜਿਵੇਂ ਮੇਰੀ ਮਾਂ ਹੀ ਮੈਨੂੰ ਹੌਸਲਾ ਦੇ ਰਹੀ ਹੋਵੇ। ਇੰਨੇ ਨੂੰ ਇੱਟਾਂ ਵਾਲੀ ਟਰਾਲੀ ਵੀ ਆ ਗਈ। ਮੈਂ ਤੇ ਮਿਸਤਰੀ ਇੱਕ ਦੂਜੇ ਵੱਲ ਝਾਕ ਕੇ ਤੇ ਬਿਨ ਬੋਲੇ ਹੀ ਸਮਝ ਗਏ ਕਿ ਹੁਣ ਇਹਨਾਂ ਦੀ ਲੋੜ ਤਾਂ ਹੈ ਨਹੀਂ ਸੀ, ਪਰ ਆਰਡਰ ਕੀਤਾ ਹੋਇਆ ਸੀ, ਲਹਾਉਣੀਆਂ ਤਾਂ ਪੈਣੀਆਂ ਹੀ ਸਨ। ਮਿਸਤਰੀ ਨੇ ਦੱਸਿਆ ਕਿ ਰੈਂਪ ਲਈ ਤਾਂ ਸਿਰਫ 100 ਇੱਟ ਹੀ ਚਾਹੀਦੀ ਹੈ। ਅਸੀਂ 100 ਇੱਟ ਲਹਾ ਕੇ ਬਾਕੀ ਦੀਆਂ ਇੱਟਾਂ ਆਪਣੇ ਪੁਰਾਣੇ ਮਕਾਨ ਦੇ ਅੱਗੇ ਸਟਵਾ ਲਈਆਂ। ਇਸ ਘਟਨਾ ਬਾਰੇ ਅਸੀਂ ਕਿਸੇ ਨੂੰ ਕੁਝ ਵੀ ਨਹੀਂ ਸੀ ਦੱਸਿਆ, ਪਰ ਜਦ ਮੇਰਾ ਵੱਡਾ ਭਰਾ ਯਾਦਵਿੰਦਰ 2:30 ਵਜੇ ਸਕੂਲੋਂ ਘਰ ਆਇਆ ਤਾਂ ਉਹ ਸਾਨੂੰ ਇੱਟਾਂ ਦੂਜੇ ਘਰ ਅੱਗੇ ਸਟਵਾਉਣ ਬਾਰੇ ਪੁੱਛਣ ਲੱਗ ਪਿਆ। ਮੈਂ ਹੌਲੀ ਹੌਲੀ ਉਸ ਨੂੰ 2 ਘੰਟੇ ਪਹਿਲਾਂ ਵਾਪਰੀ ਸਾਰੀ ਕਹਾਣੀ ਦੱਸ ਦਿੱਤੀ। ਸਾਰੀ ਗੱਲ ਸੁਣਦੇ ਸਾਰ
ਉਸ ਦਾ ਖੂਨ ਉਬਾਲੇ ਮਾਰਨ ਲੱਗ ਪਿਆ ਤੇ ਆਖਣ ਲੱਗਾ, ਰੌਲਾ ਪੈਣ ਵੇਲੇ ਤੂੰ ਫੋਨ ਕਿਉਂ ਨਹੀਂ ਕੀਤਾ? ਅਸੀਂ ਦੋਨਾਂ ਜਣਿਆਂ ਨੇ 5 ਮਿੰਟਾਂ ਵਿੱਚ ਆ ਜਾਣਾ ਸੀ, ਫਿਰ ਪੁੱਛਣਾ ਸੀ ਇਹਨਾਂ ਵੱਡੇ ਨਾਡੂਖਾਨਾਂ ਨੂੰ। ਮੇਰੇ ਦੋਵੇਂ ਭਰਾ ਸਾਡੇ ਸ਼ਹਿਰ ਦੇ ਸਕੂਲਾਂ ਵਿੱਚ ਨੌਕਰੀ ਕਰਦੇ ਹਨ ਤੇ ਉਹਨਾਂ ਦੇ ਘਰ ਅਤੇ ਸਕੂਲ ਵਿਚਲੀ ਦੂਰੀ 1.5 ਕਿਲੋਮੀਟਰ ਦੇ ਲਗਭਗ ਹੀ ਹੈ। ਹੁਣ ਕੀਤਾ ਵੀ ਕੀ ਜਾ ਸਕਦਾ ਸੀ? ਮੇਰੇ ਪਿਤਾ ਜੀ ਨੇ ਤਾਂ ਹੁਕਮ ਸੁਣਾ ਦਿੱਤਾ ਸੀ, ਜਿਹੜਾ ਕਿ ਬਦਲਿਆ ਵੀ ਨਹੀਂ ਸੀ ਜਾ ਸਕਦਾ। ਦੂਜਾ ਭਰਾ ਕਮਲਦੀਪ ਵੀ ਆਣ ਕੇ ਇਹੋ ਕੁਝ ਆਖਣ ਲੱਗ ਪਿਆ। ਉਹ ਦੋਵੇਂ ਜਣੇ ਮੇਰੇ ਨਾਲ ਬਹੁਤ ਗੁੱਸੇ ਹੋ ਰਹੇ ਸਨ। ਸ਼ਾਇਦ ਪਿਤਾ ਜੀ ਨੇ ਵੀ ਪਹਿਲਾਂ ਹੀ ਅੰਦਾਜ਼ਾ ਲਾ ਲਿਆ ਸੀ ਕਿ ਜੇ ਉਹ ਦੋਵੇਂ ਮੌਕੇ 'ਤੇ ਆ ਗਏ ਤਾਂ ਕਹਾਣੀ ਬਹੁਤ ਖਰਾਬ ਹੋ ਸਕਦੀ ਹੈ। ਸ਼ਾਇਦ ਇਸੇ ਲਈ ਹੀ ਉਹਨਾਂ ਨੇ ਲੜਾਈ ਨੂੰ ਨਾ ਵਧਾਉਣ ਦਾ ਫੈਸਲਾ ਕਰ ਲਿਆ ਸੀ।